डेरा ब्यास ਦੇ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ ਰੋੜੇ, ਮਾਹੌਲ ਤਣਾਅਪੂਰਨ। ਜ਼ਖਮੀਆਂ ਨੂੰ ਕਰਵਾਇਆ ਨਜ਼ਦੀਕੀ ਹਸਪਤਾਲਾਂ ਵਿੱਚ ਇਲਾਜ ਲਈ ਭਰਤੀ। ਬਿਆਸ ਵਿਖੇ ਡੇਰਾ ਰਾਧਾ ਸੁਆਮੀ ਦੇ ਸਮਰਥਕਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਝੜਪ ਦੌਰਾਨ ਚੱਲੇ ਇੱਟਾਂ ਰੋੜਿਆਂ ਨਾਲ ਕਈ ਵਿਅਕਤੀ ਜ਼ਖਮੀ ਹੋ ਗਏ। ਇਸ ਝੜਪ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਹੈ। ਇਸ ਦਰਮਿਆਨ ਅੰਮ੍ਰਿਤਸਰ ਦੇਹਾਤੀ ਦੇ ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਗਊਆਂ ਵਾਲੇ ਬਾਬੇ ਦੀ ਜ਼ਮੀਨ ਡੇਰਾ ਬਿਆਸ ਦੀ ਜ਼ਮੀਨ ਨਾਲ ਲੱਗਦੀ ਹੈ। ਇਸ ਦੌਰਾਨ ਕੁਝ ਗਊਆਂ ਡੇਰੇ 'ਚ ਆ ਗਈਆਂ ਸਨ ਤੇ ਇਸੇ ਨੂੰ ਲੈ ਕੇ ਦੋਵਾਂ ਧਿਰਾਂ ਦੌਰਾਨ ਝੜਪ ਹੋ ਗਈ। ਇਸ ਦੌਰਾਨ 4 ਤੋਂ 5 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕੁਝ ਲੋਕ ਜ਼ਖਮੀ ਹੋਏ ਹਨ। ਸੂਤਰਾਂ ਦੇ ਮੁਤਾਬਕ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ, ਸਿਵਲ ਹਸਪਤਾਲ ਅੰਮ੍ਰਿਤਸਰ ਅਤੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖਮੀ ਇਲਾਜ ਅਧੀਨ ਹਨ ਪਰ ਕਿਸੇ ਦੀ ਮੌਤ ਹੋਣ ਸੰਬੰਧੀ ਚੱਲ ਰਹੀ ਅਫਵਾਹ ਸੱਚ ਨਹੀਂ ਹੈ। ਪੰਜਾਬ 24 ਨਿਊਜ਼ ਤੇ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ। ਡੇਰਾ ਪ੍ਰੇਮੀਆਂ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਤੇ ਕੀਤਾ ਗਿਆ ਦਾਤਰਾ ਨਾਲ ਹਮਲਾ। 4 ਤੋਂ 5 ਨਿਹੰਗ ਸਿੰਘਾਂ ਨੂੰ ਕੀਤਾ ਬੁਰੀ ਤਰ੍ਹਾਂ ਨਾਲ ਜ਼ਖਮੀ। ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ। ਅੰਮ੍ਰਿਤਸਰ ਦੇ ਡੱਡੂਆਣਾ ਵਿੱਚ ਕ੍ਰਿਸ਼ਨ ਭਾਈਚਾਰਾ ਅਤੇ ਇੱਕ ਨਿਹੰਗ ਸਿੰਘ ਜਥੇਬੰਦੀਆਂ ਵਿੱਚ ਵਿਵਾਦ ਅਜੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ। ਦੂਜੇ ਪਾਸੇ ਅੱਜ ਅੰਮ੍ਰਿਤਸਰ ਦੇ ਬਿਆਸ ਦੇ ਵਿੱਚ ਮੱਝਾਂ ਚਰਾਉਣ ਗਏ ਨਿਹੰਗਾਂ ਸਿੰਘਾਂ ਦੇ ਉੱਤੇ ਡੇਰਾ ਪ੍ਰੇਮੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉੱਥੇ ਹੀ ਘਾਇਲ ਨੌਜਵਾਨਾਂ ਨੂੰ ਨਿਹੰਗਾਂ ਨੂੰ ਅੰਮ੍ਰਿਤਸਰ ਦੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਚਸ਼ਮਦੀਦ ਦੀ ਮੰਨੀ ਜਾਵੇ ਤਾਂ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਬਿਆਸ ਡੇਰੇ ਉੱਤੇ ਮੱਝਾਂ ਚਾਰ ਕੇ ਇਜਾਜ਼ਤ ਰਾਹੀਂ ਆਪਣੀ ਜ਼ਮੀਨ ਵੱਲ ਲੈ ਕੇ ਆ ਰਹੇ ਸਨ ਤਾਂ ਰਸਤੇ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਪਹਿਲਾਂ ਦਾ ਪਥਰਾਅ ਕੀਤਾ ਗਿਆ ਅਤੇ ਜਦੋਂ ਡੇਰੇ ਦੇ ਵਿੱਚ ਮੌਜੂਦ 5-6 ਨਿਹੰਗ ਸਿੰਘ ਸਨ ਉਹਨਾਂ ਉੱਤੇ ਦੇਸ਼ ਦਾ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉੱਥੇ ਹੀ ਨਿਹੰਗ ਸਿੰਘ ਨੇ ਦੱਸਿਆ ਕਿ ਡੇਰਾ ਪ੍ਰੇਮੀਆਂ ਦੀ ਗਿਣਤੀ 1000 ਤੋਂ ਵੱਧ ਸੀ ਅਤੇ 5 ਤੋਂ ਲੈ ਕੇ 6 ਹੀ ਨਿਹੰਗ ਸਿੰਘ ਅੰਦਰ ਮੌਜੂਦ ਸਨ। ਉਹਦੇ ਨਾਲ ਲੱਗਿਆ ਕਿ ਉੱਥੇ ਗੋਲੀ ਚੱਲੀ ਹੈ ਜਾਂ ਨਹੀਂ ਚੱਲੀ ਇਹ ਤਾਂ ਸਾਨੂੰ ਨਹੀਂ ਪਤਾ, ਲੇਕਿਨ ਹਥਿਆਰ ਉਹਨਾਂ ਕੋਲ ਮੌਜੂਦ ਸਨ। ਉਹਨਾਂ ਕਿਹਾ ਕਿ ਅਸੀਂ ਬਾਬਾ ਬਕਾਲਾ ਵਿਖੇ ਪਹਿਲਾਂ ਦਾ ਆਪਣੇ ਨਿਹੰਗ ਸਿੰਘ ਜੋ ਘਾਇਲ ਸਨ ਉਹਨਾਂ ਨੂੰ ਲੈ ਕੇ ਗਏ ਸਨ, ਲੇਕਿਨ ਹੁਣ ਉਹਨਾਂ ਵੱਲੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਦੇ ਖਿਲਾਫ ਜ਼ਰੂਰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ 24 ਨਿਊਜ਼ ਤੇ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ। ਡੇਰਾ ਬਿਆਸ ਦੇ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ ਰੋੜੇ, ਮਾਹੌਲ ਤਣਾਅਪੂਰਨ। ਜ਼ਖਮੀਆਂ ਨੂੰ ਕਰਵਾਇਆ ਨਜ਼ਦੀਕੀ ਹਸਪਤਾਲਾਂ ਵਿੱਚ ਇਲਾਜ ਲਈ ਭਰਤੀ। ਬਿਆਸ ਵਿਖੇ ਡੇਰਾ ਰਾਧਾ ਸੁਆਮੀ ਦੇ ਸਮਰਥਕਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਝੜਪ ਦੌਰਾਨ ਚੱਲੇ ਇੱਟਾਂ ਰੋੜਿਆਂ ਨਾਲ ਕਈ ਵਿਅਕਤੀ ਜ਼ਖਮੀ ਹੋ ਗਏ। ਇਸ ਝੜਪ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਹੈ। ਇਸ ਦਰਮਿਆਨ ਅੰਮ੍ਰਿਤਸਰ ਦੇਹਾਤੀ ਦੇ ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਗਊਆਂ ਵਾਲੇ ਬਾਬੇ ਦੀ ਜ਼ਮੀਨ ਡੇਰਾ ਬਿਆਸ ਦੀ ਜ਼ਮੀਨ ਨਾਲ ਲੱਗਦੀ ਹੈ। ਇਸ ਦੌਰਾਨ ਕੁਝ ਗਊਆਂ ਡੇਰੇ 'ਚ ਆ ਗਈਆਂ ਸਨ ਤੇ ਇਸੇ ਨੂੰ ਲੈ ਕੇ ਦੋਵਾਂ ਧਿਰਾਂ ਦੌਰਾਨ ਝੜਪ ਹੋ ਗਈ। ਇਸ ਦੌਰਾਨ 4 ਤੋਂ 5 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕੁਝ ਲੋਕ ਜ਼ਖਮੀ ਹੋਏ ਹਨ। ਸੂਤਰਾਂ ਦੇ ਮੁਤਾਬਕ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ, ਸਿਵਲ ਹਸਪਤਾਲ ਅੰਮ੍ਰਿਤਸਰ ਅਤੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖਮੀ ਇਲਾਜ ਅਧੀਨ ਹਨ ਪਰ ਕਿਸੇ ਦੀ ਮੌਤ ਹੋਣ ਸੰਬੰਧੀ ਚੱਲ ਰਹੀ ਅਫਵਾਹ ਸੱਚ ਨਹੀਂ ਹੈ। ਪੰਜਾਬ 24 ਨਿਊਜ਼ ਤੇ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ। ਡੇਰਾ ਪ੍ਰੇਮੀਆਂ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਤੇ ਕੀਤਾ ਗਿਆ ਦਾਤਰਾ ਨਾਲ ਹਮਲਾ। 4 ਤੋਂ 5 ਨਿਹੰਗ ਸਿੰਘਾਂ ਨੂੰ ਕੀਤਾ ਬੁਰੀ ਤਰ੍ਹਾਂ ਨਾਲ ਜ਼ਖਮੀ। ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ। ਅੰਮ੍ਰਿਤਸਰ ਦੇ ਡੱਡੂਆਣਾ ਵਿੱਚ ਕ੍ਰਿਸ਼ਨ ਭਾਈਚਾਰਾ ਅਤੇ ਇੱਕ ਨਿਹੰਗ ਸਿੰਘ ਜਥੇਬੰਦੀਆਂ ਵਿੱਚ ਵਿਵਾਦ ਅਜੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ। ਦੂਜੇ ਪਾਸੇ ਅੱਜ ਅੰਮ੍ਰਿਤਸਰ ਦੇ ਬਿਆਸ ਦੇ ਵਿੱਚ ਮੱਝਾਂ ਚਰਾਉਣ ਗਏ ਨਿਹੰਗਾਂ ਸਿੰਘਾਂ ਦੇ ਉੱਤੇ ਡੇਰਾ ਪ੍ਰੇਮੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉੱਥੇ ਹੀ ਘਾਇਲ ਨੌਜਵਾਨਾਂ ਨੂੰ ਨਿਹੰਗਾਂ ਨੂੰ ਅੰਮ੍ਰਿਤਸਰ ਦੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਚਸ਼ਮਦੀਦ ਦੀ ਮੰਨੀ ਜਾਵੇ ਤਾਂ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਬਿਆਸ ਡੇਰੇ ਉੱਤੇ ਮੱਝਾਂ ਚਾਰ ਕੇ ਇਜਾਜ਼ਤ ਰਾਹੀਂ ਆਪਣੀ ਜ਼ਮੀਨ ਵੱਲ ਲੈ ਕੇ ਆ ਰਹੇ ਸਨ ਤਾਂ ਰਸਤੇ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਪਹਿਲਾਂ ਦਾ ਪਥਰਾਅ ਕੀਤਾ ਗਿਆ ਅਤੇ ਜਦੋਂ ਡੇਰੇ ਦੇ ਵਿੱਚ ਮੌਜੂਦ 5-6 ਨਿਹੰਗ ਸਿੰਘ ਸਨ ਉਹਨਾਂ ਉੱਤੇ ਦੇਸ਼ ਦਾ ਹਥਿਆਰਾਂ ਨਾਲ ਹਮਲਾ ਕਰ ਦਿੱਤਾ
ਗਿਆ। ਉੱਥੇ ਹੀ ਨਿਹੰਗ ਸਿੰਘ ਨੇ ਦੱਸਿਆ ਕਿ ਡੇਰਾ ਪ੍ਰੇਮੀਆਂ ਦੀ ਗਿਣਤੀ 1000 ਤੋਂ ਵੱਧ ਸੀ ਅਤੇ 5 ਤੋਂ ਲੈ ਕੇ 6 ਹੀ ਨਿਹੰਗ ਸਿੰਘ ਅੰਦਰ ਮੌਜੂਦ ਸਨ। ਉਹਦੇ ਨਾਲ ਲੱਗਿਆ ਕਿ ਉੱਥੇ ਗੋਲੀ ਚੱਲੀ ਹੈ ਜਾਂ ਨਹੀਂ ਚੱਲੀ ਇਹ ਤਾਂ ਸਾਨੂੰ ਨਹੀਂ ਪਤਾ, ਲੇਕਿਨ ਹਥਿਆਰ ਉਹਨਾਂ ਕੋਲ ਮੌਜੂਦ ਸਨ। ਉਹਨਾਂ ਕਿਹਾ ਕਿ ਅਸੀਂ ਬਾਬਾ ਬਕਾਲਾ ਵਿਖੇ ਪਹਿਲਾਂ ਦਾ ਆਪਣੇ ਨਿਹੰਗ ਸਿੰਘ ਜੋ ਕਾਇਲ ਸਨ ਉਹਨਾਂ ਨੂੰ ਲੈ ਕੇ ਗਏ ਸਨ, ਲੇਕਿਨ ਹੁਣ ਉਹਨਾਂ ਵੱਲੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਦੇ ਖਿਲਾਫ ਜ਼ਰੂਰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ 24 ਨਿਊਜ਼ ਤੇ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ। ਡੇਰਾ ਬਿਆਸ ਦੇ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ ਰੋੜੇ, ਮਾਹੌਲ ਤਣਾਅਪੂਰਨ। ਜ਼ਖਮੀਆਂ ਨੂੰ ਕਰਵਾਇਆ ਨਜ਼ਦੀਕੀ ਹਸਪਤਾਲਾਂ ਵਿੱਚ ਇਲਾਜ ਲਈ ਭਰਤੀ। ਬਿਆਸ ਵਿਖੇ ਡੇਰਾ ਰਾਧਾ ਸੁਆਮੀ ਦੇ ਸਮਰਥਕਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਝੜਪ ਦੌਰਾਨ ਚੱਲੇ ਇੱਟਾਂ ਰੋੜਿਆਂ ਨਾਲ ਕਈ ਵਿਅਕਤੀ ਜ਼ਖਮੀ ਹੋ ਗਏ। ਇਸ ਝੜਪ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਹੈ। ਇਸ ਦਰਮਿਆਨ ਅੰਮ੍ਰਿਤਸਰ ਦੇਹਾਤੀ ਦੇ ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਗਊਆਂ ਵਾਲੇ ਬਾਬੇ ਦੀ ਜ਼ਮੀਨ ਡੇਰਾ ਬਿਆਸ ਦੀ ਜ਼ਮੀਨ ਨਾਲ ਲੱਗਦੀ ਹੈ। ਇਸ ਦੌਰਾਨ ਕੁਝ ਗਊਆਂ ਡੇਰੇ 'ਚ ਆ ਗਈਆਂ ਸਨ ਤੇ ਇਸੇ ਨੂੰ ਲੈ ਕੇ ਦੋਵਾਂ ਧਿਰਾਂ ਦੌਰਾਨ ਝੜਪ ਹੋ ਗਈ। ਇਸ ਦੌਰਾਨ 4 ਤੋਂ 5 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕੁਝ ਲੋਕ ਜ਼ਖਮੀ ਹੋਏ ਹਨ। ਸੂਤਰਾਂ ਦੇ ਮੁਤਾਬਕ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ, ਸਿਵਲ ਹਸਪਤਾਲ ਅੰਮ੍ਰਿਤਸਰ ਅਤੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖਮੀ ਇਲਾਜ ਅਧੀਨ ਹਨ, ਪਰ ਕਿਸੇ ਦੀ ਮੌਤ ਹੋਣ ਸੰਬੰਧੀ ਚੱਲ ਰਹੀ ਅਫਵਾਹ ਸੱਚ ਨਹੀਂ ਹੈ। ਪੰਜਾਬ 24 ਨਿਊਜ਼ ਤੇ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ। ਡੇਰਾ ਪ੍ਰੇਮੀਆਂ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਤੇ ਕੀਤਾ ਗਿਆ ਦਾਤਰਾ ਨਾਲ ਹਮਲਾ। 4 ਤੋਂ 5 ਨਿਹੰਗ ਸਿੰਘਾਂ ਨੂੰ ਕੀਤਾ ਬੁਰੀ ਤਰ੍ਹਾਂ ਨਾਲ ਜ਼ਖਮੀ। ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ। ਅੰਮ੍ਰਿਤਸਰ ਦੇ ਡੱਡੂਆਣਾ ਵਿੱਚ ਕ੍ਰਿਸ਼ਨ ਭਾਈਚਾਰਾ ਅਤੇ ਇੱਕ ਨਿਹੰਗ ਸਿੰਘ ਜਥੇਬੰਦੀਆਂ ਵਿੱਚ ਵਿਵਾਦ ਅਜੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ। ਦੂਜੇ ਪਾਸੇ ਅੱਜ ਅੰਮ੍ਰਿਤਸਰ ਦੇ ਬਿਆਸ ਦੇ ਵਿੱਚ ਮੱਝਾਂ ਚਰਾਉਣ ਗਏ ਨਿਹੰਗਾਂ ਸਿੰਘਾਂ ਦੇ ਉੱਤੇ ਡੇਰਾ ਪ੍ਰੇਮੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉੱਥੇ ਹੀ ਘਾਇਲ ਨੌਜਵਾਨਾਂ ਨੂੰ ਨਿਹੰਗਾਂ ਨੂੰ ਅੰਮ੍ਰਿਤਸਰ ਦੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਚਸ਼ਮਦੀਦ ਦੀ ਮੰਨੀ ਜਾਵੇ ਤਾਂ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਬਿਆਸ ਡੇਰੇ ਉੱਤੇ ਮੱਝਾਂ ਚਾਰ ਕੇ ਇਜਾਜ਼ਤ ਰਾਹੀਂ ਆਪਣੀ ਜ਼ਮੀਨ ਵੱਲ ਲੈ ਕੇ ਆ ਰਹੇ ਸਨ ਤਾਂ ਰਸਤੇ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਪਹਿਲਾਂ ਦਾ ਪਥਰਾਅ ਕੀਤਾ ਗਿਆ ਅਤੇ ਜਦੋਂ ਡੇਰੇ ਦੇ ਵਿੱਚ ਮੌਜੂਦ 5-6 ਨਿਹੰਗ ਸਿੰਘ ਸਨ ਉਹਨਾਂ ਉੱਤੇ ਦੇਸ਼ ਦਾ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉੱਥੇ ਹੀ ਨਿਹੰਗ ਸਿੰਘ ਨੇ ਦੱਸਿਆ ਕਿ ਡੇਰਾ ਪ੍ਰੇਮੀਆਂ ਦੀ ਗਿਣਤੀ 1000 ਤੋਂ ਵੱਧ ਸੀ ਅਤੇ 5 ਤੋਂ ਲੈ ਕੇ 6 ਹੀ ਨਿਹੰਗ ਸਿੰਘ ਅੰਦਰ ਮੌਜੂਦ ਸਨ। ਉਹਦੇ ਨਾਲ ਲੱਗਿਆ ਕਿ ਉੱਥੇ ਗੋਲੀ ਚੱਲੀ ਹੈ ਜਾਂ ਨਹੀਂ ਚੱਲੀ ਇਹ ਤਾਂ ਸਾਨੂੰ ਨਹੀਂ ਪਤਾ, ਲੇਕਿਨ ਹਥਿਆਰ ਉਹਨਾਂ ਕੋਲ ਮੌਜੂਦ ਸਨ। ਉਹਨਾਂ ਕਿਹਾ ਕਿ ਅਸੀਂ ਬਾਬਾ ਬਕਾਲਾ ਵਿਖੇ ਪਹਿਲਾਂ ਦਾ ਆਪਣੇ ਨਿਹੰਗ ਸਿੰਘ ਜੋ ਕਾਇਲ ਸਨ ਉਹਨਾਂ ਨੂੰ ਲੈ ਕੇ ਗਏ ਸਨ, ਲੇਕਿਨ ਹੁਣ ਉਹਨਾਂ ਵੱਲੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਦੇ ਖਿਲਾਫ ਜ਼ਰੂਰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ 24 ਨਿਊਜ਼ ਤੇ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ। ਡੇਰਾ ਬਿਆਸ ਦੇ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ ਰੋੜੇ, ਮਾਹੌਲ ਤਣਾਅਪੂਰਨ। ਜ਼ਖਮੀਆਂ ਨੂੰ ਕਰਵਾਇਆ ਨਜ਼ਦੀਕੀ ਹਸਪਤਾਲਾਂ ਵਿੱਚ ਇਲਾਜ ਲਈ ਭਰਤੀ। ਬਿਆਸ ਵਿਖੇ ਡੇਰਾ ਰਾਧਾ ਸੁਆਮੀ ਦੇ ਸਮਰਥਕਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਝੜਪ ਦੌਰਾਨ ਚੱਲੇ ਇੱਟਾਂ ਰੋੜਿਆਂ ਨਾਲ ਕਈ ਵਿਅਕਤੀ ਜ਼ਖਮੀ ਹੋ ਗਏ। ਇਸ ਝੜਪ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਹੈ। ਇਸ ਦਰਮਿਆਨ ਅੰਮ੍ਰਿਤਸਰ ਦੇਹਾਤੀ ਦੇ ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਗਊਆਂ ਵਾਲੇ ਬਾਬੇ ਦੀ ਜ਼ਮੀਨ ਡੇਰਾ ਬਿਆਸ ਦੀ ਜ਼ਮੀਨ ਨਾਲ ਲੱਗਦੀ ਹੈ। ਇਸ ਦੌਰਾਨ ਕੁਝ ਗਊਆਂ ਡੇਰੇ 'ਚ ਆ ਗਈਆਂ ਸਨ ਤੇ ਇਸੇ ਨੂੰ ਲੈ ਕੇ ਦੋਵਾਂ ਧਿਰਾਂ ਦੌਰਾਨ ਝੜਪ ਹੋ ਗਈ। ਇਸ ਦੌਰਾਨ 4 ਤੋਂ 5 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕੁਝ ਲੋਕ ਜ਼ਖਮੀ ਹੋਏ ਹਨ। ਸੂਤਰਾਂ ਦੇ ਮੁਤਾਬਕ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ, ਸਿਵਲ ਹਸਪਤਾਲ ਅੰਮ੍ਰਿਤਸਰ ਅਤੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖਮੀ ਇਲਾਜ ਅਧੀਨ ਹਨ, ਪਰ ਕਿਸੇ ਦੀ ਮੌਤ ਹੋਣ ਸੰਬੰਧੀ ਚੱਲ ਰਹੀ ਅਫਵਾਹ ਸੱਚ ਨਹੀਂ ਹੈ। ਪੰਜਾਬ 24 ਨਿਊਜ਼ ਤੇ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ। ਮੇਰਾ ਨਾਮ ਬਾਲਮ ਸਿੰਘ ਆ ਜੀ। ਹਾਂਜੀ, ਕੀ ਗੱਲ ਹੋਈ? ਗੱਲ ਇਹ ਹੋਈ ਜੀ, ਉੱਥੇ ਪਹਿਲਾਂ ਅਸੀਂ ਗਾਈਆਂ ਲੈ ਕੇ ਆਏ ਰਾਧਾ ਸਵਾਮੀ ਦੇ ਡੇਰੇ ਵੱਲੋਂ, ਤੇ ਗਾਈਆਂ ਲੈ ਕੇ ਆਉਂਦੇ ਹਾਂ, ਲੰਘਣ ਡੇ ਹਾਂ। ਪਹਿਲਾਂ ਉਹਨਾਂ ਇੱਟੇ ਰੋੜੇ ਮਾਰੇ ਆ। ਕਿਹਨਾਂ ਨੇ? ਰਾਧਾ ਸਵਾਮੀ ਵਾਲਿਆਂ ਨੇ। ਚਲੋ ਉੱਥੋਂ ਅਸੀਂ ਗਾਈਆਂ ਕੱਢ ਕੇ ਲੈ ਗਏ। ਅਸੀਂ ਸਾਡਾ ਮਾਨ ਤੇ ਸਰ ਜਗ੍ਹਾ ਉੱਥੇ ਆਪਣੇ 100 ਕਿੱਲਾ ਜ਼ਮੀਨ ਦਾ ਆ, ਉੱਥੇ ਵਾੜੀਆਂ ਦੇ ਰਗੜੇ ਪਾਏ ਆ ਤੇ ਉੱਥੋਂ ਬੰਦਾ 1000-1500 ਲੈ ਕੇ ਆ ਗਿਆ ਤੇ ਜਿੰਨਾ ਰਗੜੇ ਤੇ ਬੰਦੇ ਬੈਠੇ ਸੀ ਉਹਨਾਂ ਨੂੰ ਆਣ ਕੇ ਪੈ ਗਿਆ ਤੇ ਛੱਟਾਂ ਲਾਤੀਆਂ ਜੀ। ਕਿਸੇ ਦੀ ਲੱਤ ਤੋੜਤੀ, ਕਿਸੇ ਦੀ ਬਾਂਹ ਵੜਤੀ, ਕਿਸੇ ਦੀ ਆ ਵੇਖੋ ਜੀ ਤੁਹਾਡੇ ਸਾਹਮਣੇ ਸਭ ਕੁਝ। ਗੋਲੀ ਚਾਲੀ ਤਾਂ ਨਹੀਂ ਕੋਈ ਚੱਲੀ? ਉਸ ਟਾਈਮ ਤਾਂ ਨਹੀਂ ਚੱਲੀ, ਜਿਵੇਂ ਮੈਂ ਤੁਹਾਨੂੰ ਆਖਾਂ ਬਾਅਦ 'ਚ ਚੱਲੀ ਹੋਏ ਮੈਂ ਕਹਿ ਨਹੀਂ ਸਕਦਾ। ਜਦੋਂ ਮੈਂ ਹਾਜ਼ਰ ਸੀ ਅਸੀਂ ਤਾਂ ਫਿਰ ਚੁੱਕ ਕੇ ਉਸੇ ਵੇਲੇ ਲਿਆ ਕੇ ਹਸਪਤਾਲ ਲੈ ਆਂਦਾ ਉੱਥੇ ਬੱਬ ਕਾਲੇ।
ਹਥਿਆਰਾਂ ਨਾਲ ਮਤਲਬ ਹਥਿਆਰਾਂ ਨਾਲ ਪਏ ਬਾਬਾ ਜੀ ਹੈਗੇ ਸੀ ਉਹਨਾਂ ਕੋਲ ਅਸਲਾ ਹੈਗਾ ਸੀ, ਪਰ ਇਹ ਨਹੀਂ ਆਪਾਂ ਨੂੰ ਪਤਾ ਵੀ ਉਹਨਾਂ ਮੁੜ ਕੇ ਚਲਾਇਆ ਸੀ। ਤੇ ਜਦੋਂ ਬੰਦੇ ਪਏ ਆ ਤੇ ਉੱਥੋਂ ਭੱਜਣ ਦੀ ਕੀਤੀ ਆ ਤੇ ਇਹਨਾਂ ਨੇ। ਤੁਸੀਂ ਕਿੰਨੇ ਕ ਬੰਦੇ? ਇਹ 5-7 ਜਾਣੇ ਜਿੰਨੇ ਕੁ ਕੁੱਟੇ ਗਏ ਆ, ਬਾਕੀ ਤੇ ਸਾਰੇ ਗਾਈਆਂ ਲੈ ਕੇ ਗਏ ਆ ਗਾਂ ਦਰਿਆ ਤੇ। ਪੁਲਿਸ ਪਹੁੰਚੀ ਮੌਕੇ ਤੇ? ਪੁਲਿਸ ਜਦੋਂ ਫੇਰ ਪਤਾ ਲੱਗਾ ਬਾਅਦ ਚ ਆਈ ਜੀ। ਤੇ ਕਿੰਨੇ ਹੁਣ ਕਿਹੜੇ ਬੰਦਾ ਆਇਆ ਜੀ ਇੱਥੇ ਜੀ ਇੱਥੇ ਸੁੱਖਾ ਸੋਹ ਇੱਕ ਰੈਫਰ ਹੋਇਆ ਜੀ ਬਾਬਾ ਕਾਲਾ ਸਾਹਿਬ ਤੋਂ, ਇੱਕ ਸਰਵਣ ਸਿੰਘ ਆ ਜੀ, ਤੇ 2 ਬੰਦੇ ਪਹਿਲਾਂ ਵੀ ਆਏ ਆ। ਉਹਨਾਂ ਦੇ ਮੈਨੂੰ ਪਤਾ ਨਹੀਂ ਵੀ ਕਿਹੜੇ ਆਏ ਆ। ਇੱਥੇ ਆਏ? ਹਾਂਜੀ ਪਤਾ ਲੱਗ ਹੀ ਜਾਣਾ ਤੁਹਾਨੂੰ ਜੀ ਇਹਨਾਂ ਤੇ ਵਾਰ ਕਿਹੜਾ ਆਇਆ ਜੀ ਇਹਨਾਂ ਤੇ? ਹਾਂਜੀ ਵਾਰ ਦਾਤਰਾਂ ਦੇ ਜੀ, ਦੋਨਾਂ ਦੇ? ਦਾਤਰਾਂ ਦੇ ਵਾਰ ਹੋਏ ਜੀ ਦੋਨਾਂ ਦੇ? ਦੋਨਾਂ ਦੇ ਜੀ। ਵੇਖੋ ਤੇ ਸਹੀ ਤੁਸੀਂ ਕਿੱਦਾਂ ਵੱਢਿਆ ਵਾ, ਕਦੀ ਲਾਤੀ ਵੜਤੀ ਤੋਂ ਨਾਲ। ਕੀ ਮੰਗ ਕਰਦੇ ਹੋ? ਮੰਗ ਹੁਣ ਸਾਡੇ ਮਹਾਂਪੁਰਖ ਹੀ ਦੱਸਣਗੇ, ਜੋ ਦੱਸਣਗੇ ਜੀ ਬਾਬੇ ਵੱਡੇ, ਬਾਬੇ ਬਗਾਲੇ ਵਾਲੇ ਬਾਬੇ ਗੱਜਣ ਸੋਹਣੀ ਆ, ਬਾਬੇ ਭਰਤ ਜੀ ਆ, ਹੁਣ ਜੋ ਕਹਿਣਗੇ ਉਹੀ ਹੋਣਾ ਸਾਹਿਬ। ਅੱਜ ਜਿਹੜਾ ਇਹਨਾਂ ਨੇ ਗੁਰਦੁਆਰਾ ਅਮਾਨਤਸਰ ਦੇ ਉੱਪਰ ਹਮਲਾ ਕੀਤਾ ਹੈ ਇੱਟਾਂ ਰੋੜਿਆਂ ਦੇ ਨਾਲ, ਉਹ ਬਰਦਾਸ਼ਤ ਕਰਨ ਤੋਂ ਸੰਗਤ ਜੀ ਬਾਹਰੀ ਜੇ। ਅੱਜ ਇਹ ਉਹ ਅਮਾਨਤਸਰ ਗੁਰਦੁਆਰਾ ਹੈ ਜਿੱਥੇ ਧੰਨ ਗੁਰੂ ਤੇਗ ਬਹਾਦਰ ਨਵੇਂ ਪਾਤਸ਼ਾਹ ਹਿੰਦ ਦੀ ਚਾਦਰ ਬਾਬਾ ਬਕਾਲਾ ਸਾਹਿਬ ਜਾਂਦਿਆਂ ਬਿਆਸਾ ਦਰਿਆ ਨੂੰ ਪੋਥੀ ਦੇ ਕੇ ਗਏ ਸਨ। ਉੱਥੇ ਪੋਥੀ ਪ੍ਰਗਟ ਹੋਈ ਸੀ, ਉਹ ਅਸਥਾਨ ਹੈ। ਉਸ ਅਸਥਾਨ ਤੇ ਇਹਨਾਂ ਨੇ ਹਮਲਾ ਕਰਕੇ ਸਿੱਖਾਂ ਦੇ ਹਿਰਦਿਆਂ ਨੂੰ ਲੁੰਦਰ ਕੇ ਰੱਖ ਦਿੱਤਾ ਹੈ ਤੇ ਗੁੰਡਾਗਰਦੀ ਸ਼ਰੇਆਮ ਕੀਤੀ ਹੈ ਕਿ ਜਿਹੜੇ 6 ਸਿੰਘ ਜ਼ਖਮੀ ਕਰਤੇ ਨੇ, ਸੁੱਖਾ ਸਿੰਘ ਤੇ ਸਵਰਨ ਸਿੰਘ, ਉਹਨਾਂ ਨੂੰ ਬਾਬਾ ਬਕਾਲਾ ਸਾਹਿਬ ਤੋਂ ਹਸਪਤਾਲ ਤੋਂ ਰੈਫਰ ਕਰਤਾ ਹੈ। ਉਹ ਕਾਫੀ ਗੰਭੀਰ ਉਹਨਾਂ ਦੇ ਸੱਟਾਂ ਨੇ ਤੇ 3 ਸਿੰਘ ਜਿਹੜੇ ਇਸ ਵੇਲੇ ਬਾਬਾ ਬਕਾਲਾ ਸਾਹਿਬ ਦੇ ਹਸਪਤਾਲ ਦੇ ਵਿੱਚ ਹੈ। ਬੁੱਧ ਸਿੰਘ ਤੇ ਨਾਲ ਜਸਮੀਤ ਸਿੰਘ ਜੀ ਤੇ ਪ੍ਰਗਟ ਸਿੰਘ, ਇਹ 3 ਸਿੰਘ ਇਸ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ। ਉਹਨਾਂ ਦੇ ਵਿੱਚੋਂ ਇੱਕ ਬੁੱਧ ਸਿੰਘ ਨੂੰ ਵੀ ਰੈਫਰ ਕਰ ਦਿੱਤਾ, ਸਿਰ ਦੇ ਵਿੱਚ ਕਾਫੀ ਸੱਟ ਹੈ। ਖਾਲਸਾ ਜੀ ਪਤਾ ਲੱਗਾ ਕਿ ਉੱਥੇ ਕੋਈ ਇਹਨਾਂ ਗੋਲੀਬਾਰੀ ਵੀ ਕੀਤੀ ਤੇ ਗੱਡੀਆਂ ਵੀ ਸੰਗਦੀਆਂ ਬਣੀਆਂ। ਮੈਂ ਕਹਿੰਦਾ ਗੱਡੀਆਂ ਗੁਰੂ ਘਰ ਦੇ ਭਾਂਡੇ ਭੰਨੇ ਇਹਨਾਂ ਨੇ। ਗੁਰਦੁਆਰਾ ਸਾਹਿਬ ਦੇ ਉੱਪਰ ਇੱਟਾਂ ਰੋੜਾ ਸ਼ਰੇਆਮ ਗੁੰਡਾਗਰਦੀ ਕਰਕੇ ਚਲਾਏ ਇਹਨਾਂ ਨੇ ਤੇ ਕਈ ਸਿੰਘਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਵਾ ਲੋਕੇ ਭਾਵ ਕਿ ਉਹ ਇੰਨੀ ਗੁੰਡਾਗਰਦੀ ਦੇ ਵਿੱਚ ਆਏ ਨੇ, ਗਿਣਤੀ ਤੋਂ ਬਾਹਰ ਹੀ ਦੱਸੇ ਜਾ ਰਹੇ ਨੇ। ਤੇ ਤੇਜ਼ ਹਥਿਆਰ ਸੀ ਇਹਨਾਂ ਦੇ ਕੋਲ ਤੇ ਰਫਲਾਂ ਸਨ, ਨਜਾਇਜ਼ ਹਥਿਆਰ ਸੀ, ਜਿਨ੍ਹਾਂ ਨੇ ਆਣ ਕੇ ਸ਼ਰੇਆਮ ਇੱਥੇ ਗੋਲੀ ਚਲਾਈ ਤੇ ਪ੍ਰਸ਼ਾਸਨ ਵੀ ਮੌਕੇ ਤੇ ਉੱਤੇ ਸੀ। ਖਾਲਸਾ ਜੀ ਪੁਲਿਸ ਪ੍ਰਸ਼ਾਸਨ ਦੀਆਂ ਵੀ ਗੱਡੀਆਂ ਜਿਹੜੀਆਂ ਵਾ ਤੋੜੀਆਂ ਗਈਆਂ ਵਾ। ਵੇਖੋ ਜੀ ਪ੍ਰਸ਼ਾਸਨ ਦੀਆਂ ਗੱਡੀਆਂ ਉਹਨਾਂ ਨੇ ਤੋੜੀਆਂ ਹੋਣਗੀਆਂ, ਨਾਲ ਹੀ ਗੱਲ ਨਹੀਂ ਜੀ। ਭਾਵ ਕਿ ਪ੍ਰਸ਼ਾਸਨ ਨੂੰ ਪਤਾ ਹੈ ਕਿ ਤਾਂ ਹੀ ਉੱਥੇ ਗਿਆ ਹੈ ਤੇ ਪ੍ਰਸ਼ਾਸਨ ਦੇ ਹੁੰਦਿਆਂ ਇਹੋ ਜਿਹਾ ਕੰਮ ਹੋ ਜਾਂਦਾ ਤੇ ਉਸੇ ਵੇਲੇ ਪ੍ਰਸ਼ਾਸਨ ਉਹਨਾਂ ਗੁੰਡਿਆਂ ਨੂੰ ਫੜ ਕੇ ਤੇ ਹਵਾਲਾ 'ਚ ਦਿੰਦੇ। ਅਜੇ ਤੱਕ ਕੋਈ ਵੀ ਪ੍ਰਸ਼ਾਸਨ ਨੇ ਉਹ ਗੁੰਡਾ ਫੜ ਕੇ ਹਸਪਤਾਲ ਯਾਨੀ ਕਿ ਹਵਾਲਾ 'ਚ ਵਿੱਚ ਨਹੀਂ ਦਿੱਤਾ। ਅਸੀਂ ਮੰਗ ਕਰਦੇ ਹਾਂ ਕਿ ਜਲਦ ਹੀ ਇਹਨਾਂ ਗੁੰਡਿਆਂ ਨੂੰ ਜਿਹੜਾ ਰਾਧਾ ਸੁਆਮੀ ਦੇ ਗੁੰਡੇ ਪਾੜੇ ਹੋਏ ਨੇ, ਜਿਨ੍ਹਾਂ ਨੇ ਲੰਮੇ ਸਮੇਂ ਤੋਂ ਮਹਿੰਗੀਆਂ ਜ਼ਮੀਨਾਂ ਦੇ ਕਬਜ਼ੇ ਕੀਤੇ ਨੇ, ਉਹ ਗੁੰਡਿਆਂ ਨੂੰ ਫੜ ਕੇ ਜਲਦ ਹੀ ਸਲਾਖਾਂ ਦੇ ਅੰਦਰ ਸੁੱਟ ਦਿਓ। ਨਹੀਂ ਤਾਂ ਫਿਰ ਇਹਨਾਂ ਦੇ ਡੇਰੇ ਨੂੰ ਜਾਣ ਵਾਲੇ ਰਸਤੇ ਮੇਰੀਆਂ ਸੰਗਤਾਂ ਤੱਕ ਬੇਨਤੀ ਹੈ ਕਿ ਆਪਾਂ ਮੇਨ ਹਾਈਵੇ ਰੋਡ ਨਹੀਂ ਰੋਕਾਂਗੇ, ਕਿਉਂਕਿ ਇੱਥੇ ਸਾਡੀ ਪਬਲਿਕ ਪੰਜਾਬ ਦੀ ਚੱਲਦੀ ਹੈ। ਜਿਹੜਾ ਮੇਨ ਇਹਦੇ ਡੇਰਿਆਂ ਨੂੰ ਰਸਤੇ ਜਾਂਦੇ ਨੇ ਉਹ ਬਲੌਕ ਕਰ ਦਿਆਂਗੇ। ਡੇਰੇ ਦੇ ਅੰਦਰੋਂ ਜਿਹੜੇ ਇਹਨਾਂ ਦੇ ਪਾਸ਼ਕ ਨੇ ਉਹ ਵੀ ਬਾਹਰ ਨਹੀਂ ਆਉਣ ਦੇਵਾਂਗੇ ਤੇ ਨਾ ਬਾਹਰੋਂ ਅੰਦਰ ਜਾਣ ਦੇਵਾਂਗੇ। ਤੇ ਕੋਈ ਵੀ ਉੱਥੇ ਨੁਕਸਾਨ ਹੁੰਦਾ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜ਼ਿੰਮੇਵਾਰ ਹੋਵੇਗੀ। ਇਹ ਹੈ ਕਿ ਡੇਰਾ ਬਿਆਸ ਦੀ ਵੀ ਤੇ ਗਊਆਂ ਵਾਲੇ ਬਾਬੇ ਦੀ ਵੀ ਪ੍ਰਾਪਰਟੀ ਜਿਹੜੀ ਹੈ ਉਹ ਨੇੜੇ ਸੀਗੀ ਤੇ ਅੱਜ ਦੁਪਹਿਰੇ ਕਿਸੇ ਪਾਸੋਂ ਗਊਆਂ ਡੇਰੇ ਦੇ ਨੇੜੇ ਆ ਗਈਆਂ, ਆਪਸ 'ਚ ਤੂੰ ਮੈਂ ਹੋਈ, ਫਿਰ ਕਲੈਸ਼ ਵੱਧ ਗਿਆ ਤੇ ਦੋਨੋਂ ਤਰਫਾਂ ਜਦ ਸਾਨੂੰ ਇਨਫੋਰਮੇਸ਼ਨ ਆਈ ਤੇ ਪੁਲਿਸ ਜਿੱਥੇ ਇਹ ਨੈਸ਼ਨਲ ਹਾਈਵੇ ਚੱਲ ਰਿਹਾ ਸੀਗਾ ਤੇ ਹਾਈਵੇ ਦੇ ਉੱਤੇ ਪੁਲਿਸ ਡਿਪਲੋਏ ਹੋ ਗਈ। ਡਿਪਲੋਇਮੈਂਟ ਤੋਂ ਬਾਅਦ ਦੋਨੋਂ ਤਰਫ ਥੋੜਾ ਲਾਠੀ ਚਾਰਜ ਫੋਰਸ ਦਾ ਬਲ ਦਾ ਪ੍ਰਯੋਗ ਕੀਤਾ ਗਿਆ। ਦੋਨੋਂ ਪਾਰਟੀਆਂ ਨੂੰ ਇੱਕ ਦੂਜੇ ਤੋਂ ਦੂਰ ਕੀਤਾ ਗਿਆ ਤੇ ਕੁਝ ਲੋਕ ਜ਼ਖਮੀ ਹੋਏ ਹੈ। ਜਿਵੇਂ ਕੁਝ ਖਬਰ ਆ ਰਹੀ ਸੀ ਕਿ ਕੋਈ ਹਤਾਹਤ ਹੋਇਆ ਹੈ, ਨਹੀਂ ਹੋਇਆ। 7-8 ਲੋਕ ਜ਼ਖਮੀ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਜਿਹੜੇ ਬਿਲਕੁਲ ਡੇਂਜਰ ਤੋਂ ਬਾਹਰ ਹੈ। ਸਰ ਮੇਜਰ ਕਾਰਨ ਕੀ ਰਿਹਾ ਲੜਾਈ? ਕਾਰਨ ਗਊਆਂ ਦਾ ਸੀਗਾ, ਚਾਰੇ ਦਾ ਰੂਟ ਦਾ, ਗਊਆਂ ਦਾ ਚਾਰੇ ਦਾ। ਪਰ ਸਰ ਇੱਕ ਚਾਰੇ ਪਿੱਛੇ ਨਹੀਂ ਲੜਾਈ ਵੱਜ ਜਾਣੀ? ਨਹੀਂ, ਆਪਸ 'ਚ ਤੂੰ ਮੈਂ ਹੋਗੀ ਜੀ। ਇਹਨਾਂ ਦੇ ਸਿਕਿਉਰਿਟੀ ਆਫੀਸਰ ਵੀ ਕੋਈ ਲੁੱਟਿਆ ਗਿਆ ਜੀ ਕਿ ਨਹੀਂ ਹੋਇਆ। ਸਰ ਗੋਲੀ ਵੀ ਚੱਲੀ? ਗੋਲੀ ਚੱਲੀ ਹੈ ਦੋਨੋਂ ਤਰਫਾਂ ਕੋ, ਹਵਾਈ ਗੋਲੀਆਂ ਚੱਲੀਆਂ ਦੋਨੋਂ ਤਰਫੋਂ ਤੇ ਪੁਲਿਸ ਵਿੱਚ ਸੀਗੀ, ਤਾਂ ਹੀ ਲਾਠੀ ਚਾਰਜ ਤਾਂ ਹੀ ਕੀਤਾ ਗਿਆ। ਸਰ ਕੋਈ ਤੁਹਾਡੇ ਲੋਕ ਕੇਸ ਵੀ ਰਜਿਸਟਰ ਕੀਤਾ ਜਾ ਰਿਹਾ? ਨਹੀਂ ਕੀਤਾ ਜਾਊਗਾ, ਥੋੜੀ ਸਿਚੁਏਸ਼ਨ ਠੀਕ ਹੋ ਜਾਏ ਫਿਰ ਕੇਸ ਰਜਿਸਟਰ। ਸਰ ਕੱਲ ਵੀ ਕੰਟਰੋਲ ਹੋ ਸਕਦਾ ਹੈ। ਕੱਲ ਵੀ ਸਥਿਤੀ ਜਿਹੜੀ ਹੋਈ, ਕੱਲ ਪੁਲਿਸ ਫੋਰਸ ਲੱਗੀ ਰਹੀ ਹੈ ਅਭਿਆਸ ਦੇ ਵਿੱਚ। ਹਾਂਜੀ ਪਰ ਅੱਜ ਵੀ ਕੱਲ ਨਹੀਂ ਕੱਲ ਪੁਲਿਸ ਫੋਰਸ ਜਿਹੜੀ ਲੱਗੀ ਸੀ ਕੱਲ ਹੋ ਗਿਆ ਸੀਗਾ, ਐਵਰੀਥਿੰਗ ਵਾਸ ਸੌਰਟਡ ਆਊਟ। ਲੇਕਿਨ ਅੱਜ ਕੁਝ ਗਊਆਂ ਆ ਗਈਆਂ ਤੇ ਉਹਨਾਂ ਨੂੰ
ਪਿੱਛੇ ਕਰਨ ਦੇ ਪਿੱਛੇ ਕਹਾ ਸੁਣੀ ਹੋਗੀ। ਸਰ ਜਿਹੜਾ ਪ੍ਰੀਮਿਸਿਸ ਹੈ ਜਿਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਜ਼ਖਮੀ ਹੋਏ ਹੈਗੇ ਹਾਂਜੀ, ਉਹ ਹਾਂਜੀ। ਕੀ ਮਤਲਬ ਪ੍ਰੋਪਰ ਕਿੰਨੇ ਬੰਦੇ ਕਿਹੜੀ ਪਾਰਟੀ ਦੇ ਜ਼ਖਮੀ ਹੋਏ? 3 ਬੰਦੇ ਜ਼ਖਮੀ ਹੋਏ ਨਿਹੰਗ ਸਿੰਘਾਂ ਕੋਈ ਦੇ। ਹੈਗੀ ਆ ਕੋਈ ਕੈਜੁਅਲਟੀ ਹੋਈ? ਨਹੀਂ, ਕੋਈ ਕੈਜੁਅਲਟੀ ਨਹੀਂ। ਸਰ ਇੱਕ ਸਵਾਲ ਹੈ ਕਿ ਜਿਹੜੀ ਜਗ੍ਹਾ ਸੀ ਉਹ ਕਿਹਨਾਂ ਦੀ ਸੀ? ਉਹ ਜਿਹੜੀ ਮੈਜਿਕ ਲੈਂਡ ਜਿਹੜੀ ਜਗ੍ਹਾ ਤਫਤੀਸ਼ ਇਹ ਤਾਂ ਡੇਰਾ ਬਿਆਸ ਦੀ ਜਗ੍ਹਾ ਹੈ। ਉੱਥੇ ਕਬਜ਼ਾ ਕਰ ਲਿਆ ਜੀ ਇਹਦੇ ਤੇ? ਨਹੀਂ ਕਬਜ਼ਾ ਨਹੀਂ ਹੈ, ਕਬਜ਼ਾ ਕੁਝ ਨਹੀਂ ਹੈ। ਗਊਆਂ ਵੜ ਗਿਆ, ਹੁਣ ਠੀਕ ਹੈ ਸਸਤੇ ਤੇ ਦੋਨੋਂ ਬੰਨੇ ਕੀ ਕਹਿੰਦੇ ਦੋਨੋਂ ਬੰਨੇ ਹੋ ਗਿਆ ਜੀ? ਸਰ ਕਿੰਨੇ ਗੱਲਬਾਤ ਬੰਦੇ ਦੋਵਾਂ ਦੇ ਫੱਟ ਹੋਏ? ਦੋਨੋਂ ਪਾਸੋਂ ਗੱਲਬਾਤ ਚੱਲ ਰਹੀ ਹੈ। ਡੇਰਾ ਬਿਆਸ ਵੱਲੋਂ 2-3 ਲੋਕਾਂ ਨੂੰ ਸੱਟ ਆਈ ਹੈ, ਨਿਹੰਗਾਂ ਪਾਸੋਂ 2-3 ਬੰਦਿਆਂ ਨੂੰ ਸੱਟ ਆਈ ਹੈ ਤੇ 2-3 ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ। ਸਰ ਕਹਿੰਦੇ ਐਸਐਚਓ ਜੰਡਿਆਲਾ ਵੀ ਬਹੁਤ ਬੁਰੀ ਤਰ੍ਹਾਂ ਫੱਟ ਰਹੇ। ਨਹੀਂ ਉਹਨਾਂ ਦੇ ਸਿਰ ਤੇ ਚੋਟ ਲੱਗੀ। ਜਿਹੜੀਆਂ ਪੁਲਿਸ ਦੇ ਗੱਡੀ ਭੰਨੀ ਗਈ ਆ, ਹੋਰ ਗੱਡੀਆਂ ਟੁੱਟੀਆਂ, ਉਹ ਕੀ ਹੈਗੀ? ਇਹ ਜਦ ਪਥਰਾਵ ਹੋਇਆ ਸੀਗਾ ਤਾਂ ਪਥਰਾਵ ਸਰ ਕਿੰਨੀ ਕੁ ਦੇਰ ਹੋਇਆ ਲਗਾਤਾਰ? ਕੋਈ 5-6 ਮਿੰਟ ਹੋਇਆ ਪਥਰਾਵ। ਕਿੰਨੇ ਵਜੇ ਸਰ, ਕਿੰਨੇ ਵਜੇ ਦੀ ਘਟਨਾ ਹੈ? ਇਹ ਸ਼ਾਮ ਦੀ ਹੈ, ਕੋਈ 5-6 ਵਜੇ ਦੀ।